आओ साध संगत अज दे दिन सन 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ। ਮਹੰਤਾਂ ਤੋਂ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਾਉਣ ਦੇ ਲਈ ਸੈਂਕੜੇ ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਨਨਕਾਣਾ ਸਾਹਿਬ ਦਾ ਸਾਕਾ, ਇਸ ਦੇ ਵਾਪਰਨ ਦੇ ਕੀ ਕਾਰਨ ਸਨ, ਕਿਵੇਂ ਇਹ ਸਾਕਾ ਵਾਪਰਿਆ, ਕਿੰਨੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ, ਇਹ ਸਾਰਾ ਹੀ ਇਤਿਹਾਸ ਅੱਜ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ। आओ महान शहीदां नूं सजदा करदियां होया इतिहासक विचारां दी आरंभता करिए। सारियां संगतां विचारां आरंभण तो पहलां साहिबे कमाल सरबंस दानी शहीद पिता दे पुत्र, शहीद पुत्रां दे पिता गुरु गोबिंद सिंह महाराज जी वल्लों बख्शिश कीती फतेह प्रवान करो। वाहिगुरु जी का खालसा, वाहिगुरु जी की फतेह। कदे बनदे इतिहास नहीं इस गल्लों कि असीं राजियां दे बहुते पूर जम्मे। आउण वालियां नस्लां ने पुछना है किहड़ी कौम ने किन्ने मनसूर जम्मे। साध संगत जदों आपां सिख इतिहास नूं पढ़ांगे ना ते साल दे दिन थोड़े पै जाणगे, पर शहीदां दे शहीदी दिहाड़े जिहड़े ने वो पूरा साल लगातार मनाइए तद भी वो दिन थोड़े ने। इन्नियां वड्डियां शहादतां होईयां ने। अते पिछली सदी दे विच ननकाणा साहिब दा साका वापरिया। ननकाणा साहिब दे परथाए मैं कल भी बेनती कीती सी, ये पावन अस्थान जिथे गुरु नानक साहिब महाराज जी दा प्रकाश होया। इस ननकाणा साहिब दे नाम महाराजा रणजीत सिंह ने लगभग 18,000 एकड़ जमीन जिहड़ी है उस दे नाम लगवाई। ते जदों अंग्रेज़ां दा राज सी उस समय गुरधामां दे विच जिहड़े महंत सन उन्हां ने सारा प्रबंध सांभ लिया। ये महंत जिहड़े ने गुरद्वारियां दे विच काबज हो के बह गए। इन्हां ने मर्यादा दे नाल बहुत वड्डे खिलवाड़ कीते। तरन ताਰਨ साहिब का साका वापरिया ननकाणा साहिब के साके तो पहला। ते जदों तरन ताਰਨ साहिब का साका वापरिया उस तो बाद फिर ननकाणा साहिब नूं महंतां तो आज़ाद कराउण दे लई ਸਿੰਘਾਂ ने अरदास करके कारज आरंभ किया। ननकाणा साहिब विखे जिहड़ा महंत काबज होके बैठा सी उसका नाम सी नारायण दास। ते महंत नारायण दास तो पहला जिहड़ा इत्थे महंत सी ओदी भी गुप्त बीमारियां दे नाल मौत हो चुकी सी। ते जिस दिन महंत नारायणों ओदी थां ते बैठा ते इन्हें संगत दे नाल इस गल दा वादा कीता कि पहले महंत वाला कोई भी मंदा कर्म मैं नहीं करांगा। पर महंत नारायणों दीयां करतूतां पहले महंत नालों भी वध के सन। दो घटनावां वापरियां जिन्हें पंथ दर्दियां दे मन नूं झंझोड़ के रख दिता। पहली घटना ननकाणा साहिब दे विच वापरी जदों ये महंत अपनी ऐश इशरत वाली जिंदगी जिउं रहा है। इन्हें एक मरासन नूं करे रखिया। ये अयाशी करन लग पिया
ਫਿਰ ਇਹਨੇ ਲਾਹੌਰ ਤੋਂ ਨੱਚਣ ਵਾਲੀਆਂ ਲਿਆ ਕੇ ਇੱਥੇ ਨਾਚ ਕਰਵਾਇਆ। ਇੱਥੇ ਬਸ ਨਹੀਂ, ਥੋੜੇ ਦਿਨਾਂ ਬਾਅਦ ਇੱਕ ਸਿੰਧੀ ਆਪਣੇ ਘਰਵਾਲੀ ਤੇ ਬੱਚਿਆਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਸਥਾਨ ਤੇ ਆਇਆ ਮੱਥਾ ਟੇਕਣ ਲਈ ਕਿ ਮੇਰੀ ਸਾਰੀ ਜਿਹੜੀ ਹੈ ਡਿਊਟੀ ਜਿਹੜੀ ਹੈ ਬੜੀ ਵਧੀਆ ਸੰਪੂਰਨ ਹੋਈ ਹੈ। ਅੱਜ ਮੈਂ ਰਿਟਾਇਰ ਹੋਇਆ ਤੇ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਕੇ ਜਾਵਾਂ। ਜਦੋਂ ਇਹ ਨਨਕਾਣਾ ਸਾਹਿਬ ਪਹੁੰਚਿਆ ਸਾਧ ਸੰਗਤ ਤੇ ਉਸ ਵੇਲੇ ਇੱਥੇ ਦਰਸ਼ਨ ਦੀਦਾਰ ਕਰਦਿਆਂ ਇਹਨੂੰ ਹਨੇਰਾ ਹੋ ਗਿਆ। ਇਹਨੇ ਰਾਤ ਇੱਥੇ ਰੁਕਣ ਦੇ ਲਈ ਸਰਾਂ ਦੇ ਵਿੱਚ ਕਮਰਾ ਲਿਆ, ਪਰ ਕਮਰੇ ਦੇ ਵਿੱਚ ਹਨੇਰਾ ਸੀ। ਇਸ ਜੱਜ ਨੇ ਇੱਥੋਂ ਦੇ ਪੁਜਾਰੀਆਂ ਨੂੰ ਆਖਿਆ ਕਿ ਕਮਰੇ ਦੇ ਵਿੱਚ ਹਨੇਰਾ ਹੈ, ਕੋਈ ਦੀਵਾ ਬੱਤੀ ਨਹੀਂ ਹੈ, ਚਾਨਣ ਵਾਸਤੇ ਮੈਨੂੰ ਕੋਈ ਦੀਵਾ ਬੱਤੀ ਦੇ ਦਿਓ। ਤੇ ਮਹੰਤ ਨਰੈਣੂ ਦੇ ਜਿਹੜੇ ਗੁੰਡੇ ਸਨ, ਪੁਜਾਰੀ ਸਨ, ਉਹ ਕਹਿਣ ਲੱਗੇ ਕੋਈ ਗੱਲ ਨਹੀਂ, ਅਸੀਂ ਦੀਵਾ ਬੱਤੀ ਦੇ ਦਿੰਦੇ ਆ, ਤੁਸੀਂ ਆਪਣੀ ਬੱਚੀ ਨੂੰ ਸਾਡੇ ਕੋਲ ਭੇਜ ਦਿਓ। ਜਦੋਂ ਇਸ ਸਿੰਧੀ ਜੱਜ ਦੀ 12-13 ਸਾਲ ਦੀ ਲੜਕੀ ਮਹੰਤ ਦੇ ਪੁਜਾਰੀਆਂ ਦੇ ਕੋਲੋਂ ਦੀਵਾ ਬੱਤੀ ਲੈਣ ਵਾਸਤੇ ਗਈ, ਇਹਨਾਂ ਨੇ ਉਸ ਬੱਚੀ ਨੂੰ ਫੜ ਲਿਆ, ਉਸ ਬੱਚੀ ਦਾ ਸਤ ਭੰਗ ਕੀਤਾ। ਉਹ ਰੋਂਦੀ ਕਰਲਾਉਂਦੀ ਰਹੀ। ਸਿੰਧੀ ਜੱਜ ਨੇ ਜਾ ਕੇ ਬੜੇ ਤਰਲੇ ਲਏ ਕਿ ਮੇਰੀ ਧੀ ਨੂੰ ਛੱਡ ਦਿਓ। ਇਹ ਕਹਿਣ ਲੱਗੇ ਚੁੱਪ ਕਰਕੇ ਬਹਿ ਜਾ, ਨਹੀਂ ਤੇ ਸਾਰਾ ਪਰਿਵਾਰ ਹੀ ਖਤਮ ਕਰ ਦਿਆਂਗੇ। ਚੁੱਪ ਕਰਕੇ ਸੌਂ ਜਾ, ਇਹ ਬੱਚੀ ਤੈਨੂੰ ਸਵੇਰੇ ਤੇਰੇ ਹਵਾਲੇ ਕਰਾਂਗੇ। ਕਹਿੰਦੇ ਸਿੰਧੀ ਜੱਜ ਬੜੇ ਦੁਖੀ ਮਨ ਦੇ ਨਾਲ ਉੱਥੇ ਰਾਤ ਜਦੋਂ ਬਤੀਤ ਕੀਤੀ, ਦਿਨ ਚੜ੍ਹਿਆ, ਬੱਚੀ ਨੂੰ ਸਿੰਧੀ ਜੱਜ ਦੇ ਹਵਾਲੇ ਕਰ ਦਿੱਤਾ ਗਿਆ। ਇਹ ਫਿਰ ਘਰੇ ਨਹੀਂ ਗਿਆ। ਇਹ ਦੁਖੀ ਹੋ ਕੇ ਕੁਰਲਾਉਂਦਾ ਹੋਇਆ ਸਿੰਘਾਂ ਦੇ ਕੋਲ ਪਹੁੰਚਦਾ ਹੈ ਤੇ ਜਾ ਕੇ ਉੱਥੇ ਕੁਰਲਾ ਕੇ ਸਿੰਘਾਂ ਨੂੰ ਕਹਿੰਦਾ, ਸਿੰਘੋ ਕਿੱਥੇ ਤੁਸੀਂ ਮਰ ਗਏ ਹੋ? ਤੁਹਾਡੇ ਬਾਰੇ ਤਾਂ ਸੁਣਿਆ ਜਾਂਦਾ ਸੀ, ਬਗਾਨੀਆਂ ਧੀਆਂ ਦੀ ਵੀ ਤੁਸੀਂ ਰਾਖੀ ਕਰਦੇ ਹੋ ਇੱਜ਼ਤਾਂ ਦੀ, ਅੱਜ ਤੇ ਤੁਹਾਡੇ ਆਪਣੇ ਹੀ ਗੁਰੂ ਘਰਾਂ ਦੇ ਵਿੱਚ ਆਹ ਕੰਮ ਹੋ ਰਿਹਾ ਹੈ। ਕਹਿੰਦੇ ਇਸ ਗੱਲ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਤੇ ਥੋੜੇ ਦਿਨਾਂ ਬਾਅਦ ਇੱਕ ਹੋਰ ਘਟਨਾ ਵਾਪਰਦੀ ਹੈ। ਪਿੰਡ ਜੜ੍ਹਾਂ ਵਾਲੇ ਤੋਂ ਪੂਰਨਮਾਸ਼ੀ ਵਾਲੇ ਦਿਨ ਕੁਝ ਬੀਬੀਆਂ ਨਨਕਾਣਾ ਸਾਹਿਬ ਦਰਸ਼ਨ ਕਰਨ ਆਉਂਦੀਆਂ ਨੇ। ਮਹੰਤ ਦੇ ਗੁੰਡਿਆਂ ਵੱਲੋਂ, ਪੁਜਾਰੀਆਂ ਵੱਲੋਂ ਉਹਨਾਂ ਬੀਬੀਆਂ ਦੀ ਵੀ ਬੇਪਤੀ ਕੀਤੀ ਗਈ। ਕਹਿੰਦੇ ਜਦੋਂ ਇਹੋ ਜਿਹੀਆਂ ਘਿਨਾਉਣੀਆਂ ਕਰਤੂਤਾਂ ਮਹੰਤ ਨਰੈਣੂ ਨੇ ਸ਼ੁਰੂ ਕਰ ਦਿੱਤੀਆਂ, ਕਹਿੰਦੇ ਸਿੰਘਾਂ ਦੇ ਵਿੱਚ ਬੜਾ ਰੋਸ ਫੈਲ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਅਸਥਾਨ, ਉੱਥੇ ਬੈਠਾ ਮਹੰਤ ਆ ਮੰਦੇ ਕਾਰੇ ਕਰ ਰਿਹਾ ਹੈ। ਕਹਿੰਦੇ ਜਦੋਂ ਸਾਰੇ ਸਿੰਘਾਂ ਨੇ ਸਲਾਹ ਮਸ਼ਵਰਾ ਕਰਕੇ ਮਹੰਤ ਨਾਲ ਗੱਲਬਾਤ ਕਰਨੀ ਚਾਹੀ ਤਾਂ ਮਹੰਤ ਨੇ ਆਖਿਆ ਕਿ ਮੈਂ 4, 5 ਅਤੇ 6 ਮਾਰਚ ਨੂੰ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਾਂਗਾ। ਇਹ ਸਮਾਂ ਨਿਸ਼ਚਿਤ ਕੀਤਾ ਗਿਆ। ਪਰ ਸਾਰੇ ਸਿੰਘ ਜਿਨ੍ਹਾਂ ਦੇ ਵਿੱਚ ਸਰਦਾਰ ਕਰਤਾਰ ਸਿੰਘ ਝੱਬਰ, ਸਰਦਾਰ ਤੇਜਾ ਸਿੰਘ ਦੀ ਪੁੱਤਰ, ਹਰਬੰਸ ਸਿੰਘ ਜੀ ਅਟਾਰੀ ਵਾਲੇ, ਭਾਈ ਦਲੀਪ ਸਿੰਘ ਧਾਰੋਵਾਲ, ਭਾਈ ਟਹਿਲ ਸਿੰਘ ਜੀ, ਇਹ ਸਾਰੇ ਸਿੰਘ, ਭਾਈ ਬੂਟਾ ਸਿੰਘ ਲਾਇਲਪੁਰ, ਜਿੰਨੇ ਵੀ ਸਿੰਘ ਸਨ, ਇਹਨਾਂ ਨੇ ਆਖਿਆ ਕਿ ਮਹੰਤ ਨੂੰ ਜਿੰਨੀ ਜਲਦੀ ਹੋ ਸਕਦਾ ਇੱਥੋਂ ਕੱਢ ਦੇਣਾ ਚਾਹੀਦਾ ਹੈ। ਇਸ ਕਰਕੇ 4, 5, 6 ਮਾਰਚ ਦਾ ਜਿਹੜਾ ਸਮਾਂ ਹੈ ਇਹ ਤੇ ਬੜੀ ਦੂਰ ਹੈ, ਸਾਨੂੰ ਉਸ ਤੋਂ ਪਹਿਲਾਂ ਹੀ ਜਾਣਾ ਚਾਹੀਦਾ ਹੈ। ਕਹਿੰਦੇ ਇੱਧਰ ਲਾਹੌਰ ਦੇ ਵਿੱਚ 20 ਫਰਵਰੀ ਵਾਲੇ ਦਿਨ ਇੱਕ ਕਨਵੈਨਸ਼ਨ ਹੋ ਰਹੀ ਸੀ। ਉਸ ਕਨਵੈਨਸ਼ਨ ਦੇ ਵਿੱਚ ਮਹੰਤ ਨਰੈਣੂ ਨੇ ਜਾਣਾ ਸੀ। ਕਹਿੰਦੇ ਸਿੰਘਾਂ ਨੂੰ ਪਤਾ ਲੱਗਾ ਕਿ ਮਹੰਤ ਨਰੈਣੂ 20 ਫਰਵਰੀ ਵਾਲੇ ਦਿਨ ਨਨਕਾਣਾ ਸਾਹਿਬ ਤੋਂ ਜਾ ਰਿਹਾ ਹੈ ਲਾਹੌਰ, ਉਹ ਉੱਥੇ ਨਹੀਂ ਹੋਵੇਗਾ ਤੇ ਅਸੀਂ ਪਿੱਛੋਂ ਜਾ ਕੇ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਹੈ ਉਹ ਸਾਂਭ ਲਵਾਂਗੇ। ਕਹਿੰਦੇ ਸਾਰੇ ਸਿੰਘਾਂ
ਗੁਰਮਤਾ ਕੀਤਾ। ਸਰਦਾਰ ਕਰਤਾਰ ਸਿੰਘ ਜੀ ਝੱਬਰ, ਸਰਦਾਰ ਬੂਟਾ ਸਿੰਘ ਜੀ ਲਾਇਲਪੁਰ ਅਤੇ ਭਾਈ ਲਛਮਣ ਸਿੰਘ ਜੀ ਧਾਰੋਵਾਲ, ਇਹਨਾਂ ਤਿੰਨਾਂ ਨੇ ਪ੍ਰੋਗਰਾਮ ਤੈਅ ਕਰ ਲਿਆ ਕਿ ਆਪਾਂ ਵੱਖਰੇ ਵੱਖਰੇ ਜਥੇ ਆਪਣੇ ਇਲਾਕਿਆਂ ਤੋਂ ਇਕੱਠੇ ਕਰਕੇ ਲੈ ਕੇ ਆਵਾਂਗੇ ਤੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾ ਲਵਾਂਗੇ। ਜਦੋਂ ਇਹਨਾਂ ਨੇ ਇਹ ਸਾਰੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਮਹੰਤ ਨੂੰ ਵੀ ਪਹਿਲਾਂ ਹੀ ਇਸ ਗੱਲ ਦੀ ਭਿਣਕ ਸੀ ਕਿ ਸਿੱਖ ਹੁਣ ਇਕੱਠੇ ਹੋ ਕੇ ਆਉਣਗੇ, ਨਨਕਾਣਾ ਸਾਹਿਬ ਦਾ ਪ੍ਰਬੰਧ ਕਿਤੇ ਮੇਰੇ ਕੋਲੋਂ ਖੋਹ ਨਾ ਲੈਣ, ਇਸ ਕਰਕੇ ਉਹਨੇ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਉਹਨੇ 10 ਨੰਬਰੀਏ ਗੁੰਡੇ ਬਦਮਾਸ਼ ਇਕੱਠੇ ਕਰ ਲਏ, ਉਹਨੇ ਆਪਣੇ ਕੋਲ ਹਥਿਆਰ ਜਮ੍ਹਾਂ ਕਰ ਲਏ ਤਾਂ ਕਿ ਜਦੋਂ ਸਿੱਖ ਆਉਣ ਤੇ ਉਹਨਾਂ ਦੇ ਉੱਪਰ ਹਮਲਾ ਕੀਤਾ ਜਾ ਸਕੇ। ਕਹਿੰਦੇ ਮਹੰਤ 19 ਤਰੀਕ ਨੂੰ ਜਦੋਂ ਲਾਹੌਰ ਜਾਣ ਵਾਲੀ ਟ੍ਰੇਨ ਦੇ ਵਿੱਚ ਬੈਠਾ ਤਾਂ ਇਹਨੂੰ ਕਿਸੇ ਔਰਤ ਨੇ ਆਖਿਆ, ਮਹੰਤਾ ਤੂੰ ਕਿੱਧਰ ਚੱਲਿਆ ਹੈ? ਨੀਲੀਆਂ ਕਾਲੀਆਂ ਪੱਗਾਂ ਵਾਲੇ ਆ ਰਹੇ ਨੇ ਇਕੱਠੇ ਹੋ ਕੇ ਨਨਕਾਣਾ ਸਾਹਿਬ ਦਾ ਪ੍ਰਬੰਧ ਸਾਂਭਣ ਦੇ ਲਈ। ਕਹਿੰਦੇ ਜਦੋਂ ਮਹੰਤ ਨੂੰ ਇਸ ਗੱਲ ਦਾ ਪਤਾ ਲੱਗਾ, ਇਹ ਚਲਦੀ ਗੱਡੀ ਵਿੱਚੋਂ ਉਤਰ ਆਇਆ, ਛਾਲ ਮਾਰ ਕੇ ਉਤਰ ਗਿਆ, ਨਨਕਾਣਾ ਸਾਹਿਬ ਪਹੁੰਚ ਗਿਆ। ਰਾਤੇ ਰਾਤ ਇਹਨੇ ਸਾਰਾ ਪ੍ਰਬੰਧ ਕਰ ਲਿਆ ਤਾਂ ਕਿ ਜਦੋਂ ਸਿੰਘ ਆਉਣਗੇ ਉਹਨਾਂ ਦੇ ਉੱਪਰ ਹਮਲਾ ਕੀਤਾ ਜਾ ਸਕੇ। ਕਹਿੰਦੇ ਇੱਧਰ ਕੋਲੇ ਖਬਰ ਪਹੁੰਚ ਗਈ ਕਿ ਕੁਝ ਸਿੰਘ ਇਕੱਠੇ ਹੋ ਕੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਜਥੇ ਲੈ ਕੇ ਤੁਰੇ ਹੋਏ ਨੇ ਤੇ ਮਹੰਤ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੈ। ਮਹੰਤ ਨਰੈਣੂ ਪੂਰੀ ਤਿਆਰੀ ਕਰਕੇ ਬੈਠਾ ਹੋਇਆ ਹੈ, ਕਿਤੇ ਸਿੰਘਾਂ ਦਾ ਨੁਕਸਾਨ ਨਾ ਹੋ ਜਾਵੇ। ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਚਿੱਠੀ ਲਿਖੀ ਕਿ ਸ਼੍ਰੋਮਣੀ ਕਮੇਟੀ ਦੀ ਆਗਿਆ ਤੋਂ ਬਿਨਾਂ ਕੋਈ ਵੀ ਸਿੰਘ ਜਥਾ ਲੈ ਕੇ ਨਨਕਾਣਾ ਸਾਹਿਬ ਨਾ ਜਾਵੇ। ਕਹਿੰਦੇ ਇਹ ਚਿੱਠੀ ਜਿਹੜੀ ਸੀ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਮਿਲ ਗਈ। ਉਹਨੇ ਆਪਣਾ ਜਥਾ ਰੋਕ ਲਿਆ। ਬੂਟਾ ਸਿੰਘ ਜੀ ਲਾਇਲਪੁਰ ਵਾਲੇ, ਉਹਨਾਂ ਨੇ ਵੀ ਆਪਣਾ ਜਥੇ ਨੂੰ ਰੋਕ ਲਿਆ। ਤੀਸਰਾ ਜਥਾ ਸਰਦਾਰ ਲਛਮਣ ਸਿੰਘ ਜੀ ਧਾਰੋਵਾਲ ਲੈ ਕੇ ਆ ਰਹੇ ਸਨ ਤੇ ਕਹਿਣ ਲੱਗੇ ਵੀ ਲਛਮਣ ਸਿੰਘ ਧਾਰੋਵਾਲ ਦੇ ਜਥੇ ਨੂੰ ਕੌਣ ਰੋਕੇਗਾ। ਤੇ ਉਥੇ ਭਾਈ ਦਲੀਪ ਸਿੰਘ ਜੀ ਉਹ ਆਏ, ਕਹਿਣ ਲੱਗੇ ਇਹ ਜ਼ਿੰਮੇਵਾਰੀ ਮੇਰੀ ਹੈ, ਤੁਸੀਂ ਚਿੱਠੀ ਮੈਨੂੰ ਦੇ ਦਿਓ, ਭਾਈ ਲਛਮਣ ਸਿੰਘ ਦੇ ਜਥੇ ਨੂੰ ਮੈਂ ਰੋਕਾਂਗਾ, ਉਹਨੂੰ ਨਨਕਾਣਾ ਸਾਹਿਬ ਨਹੀਂ ਜਾਣ ਦਿਆਂਗਾ। ਤੋ ਸਾਧ ਸੰਗਤ ਹੋਇਆ ਕਿ ਇਹ ਜਿੰਨੇ ਵੀ ਜਥੇ ਆ ਰਹੇ ਸਨ, ਇਹਨਾਂ ਸਾਰਿਆਂ ਜਥਿਆਂ ਨੇ ਨਨਕਾਣਾ ਸਾਹਿਬ ਤੋਂ ਥੋੜਾ ਜਿਹਾ ਨੇੜੇ ਚੰਦਰਕੋਟ ਦੀ ਝਾਲ ਦੇ ਕੋਲ ਸਾਰਿਆਂ ਨੇ ਇਕੱਠੇ ਹੋਣਾ ਸੀ। ਹੁਣ ਭਾਈ ਲਛਮਣ ਸਿੰਘ ਜੀ ਧਾਰੋਵਾਲ ਆਪਣੇ ਪਿੰਡ ਤੋਂ ਜਥਾ ਲੈ ਕੇ ਤੁਰੇ ਨੇ। ਇਹਦੀ ਘਰਵਾਲੀ ਬੀਬੀ ਇੰਦਰ ਕੌਰ ਉਹ ਵੀ ਨਾਲ ਆਈ ਹੈ। ਇਸ ਜਥੇ ਦੇ ਵਿੱਚ ਭਾਈ ਕੇਰ ਸਿੰਘ ਵੀ ਹਨ। ਇਸ ਜਥੇ ਦੇ ਵਿੱਚ ਭਾਈ ਕੇਰ ਸਿੰਘ ਦਾ ਪੁੱਤਰ ਵੀ ਆਇਆ ਹੈ, ਜਿਹਦੀ ਉਮਰ ਕੁਝ ਸਾਲ ਦੀ ਹੈ। ਤੋ ਸਾਧ ਸੰਗਤ ਜਥਾ ਸਾਰਾ ਤੁਰ ਪਿਆ। ਤੁਰਨ ਲੱਗਿਆਂ ਇਹਨਾਂ ਨੇ ਅਰਦਾਸ ਕੀਤੀ ਤੇ ਜਦੋਂ ਅਰਦਾਸ ਕਰਕੇ ਹੁਕਮ ਲਿਆ ਸੀ, ਉਦੋਂ ਹੁਕਮ ਆਇਆ ਮਹਾਰਾਜ ਦਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲਨੇ ਹਰ ਹਰ ਨਾਮ ਧਿਆਈ। ਤੇ ਇਸੇ ਹੁਕਮ ਦੇ ਵਿੱਚ ਅੱਗੇ ਬਚਨ ਆਏ ਸੀ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕਹਿੰਦੇ ਅਰਦਾਸ ਕਰਕੇ ਹੁਕਮ ਲੈ ਕੇ ਜਥਾ ਤੁਰ ਪਿਆ ਤੇ ਸਾਧ ਸੰਗਤ ਜਦੋਂ ਜਥਾ ਤੁਰਿਆ ਨਨਕਾਣਾ ਸਾਹਿਬ ਦੇ ਨੇੜੇ ਜਥਾ ਪਹੁੰਚ ਗਿਆ। ਰਾਤ ਦਾ ਸਮਾਂ ਸੀ। ਇਹਨਾਂ ਨੇ ਚੰਦਰਕੋਟ ਦੀ ਝਾਲ ਦੇ ਕੋਲ ਜਾਣ ਦੀ ਬਜਾਏ ਜਥੇ ਨੂੰ ਥੋੜਾ ਜਿਹਾ ਪਾਸੇ ਰੋਕ ਦਿੱਤਾ। ਇੱਕ ਬੰਦੇ ਨੂੰ ਭੇਜਿਆ, ਕਹਿੰਦੇ ਜਾ ਕੇ ਚੰਦਰਕੋਟ ਦੀ ਝਾਲ ਦੇ ਕੋਲ ਜਾ ਕੇ ਵੇਖੋ, ਕਰਤਾਰ ਸਿੰਘ ਝੱਬਰ ਜਥਾ ਲੈ ਕੇ ਆਇਆ ਹੋਵੇਗਾ।
ਪਰ ਸਰਦਾਰ ਕਰਤਾਰ ਸਿੰਘ ਝੱਬਰ ਦੇ ਜਥੇ ਨੂੰ ਪਹਿਲਾਂ ਰੋਕ ਦਿੱਤਾ ਗਿਆ ਸੀ ਵੀ ਤੁਸੀਂ ਜਾਣਾ ਨਹੀਂ। ਇੱਧਰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੀ ਹੋਈ ਚਿੱਠੀ ਨੂੰ ਲੈ ਕੇ ਸਰਦਾਰ ਦਲੀਪ ਸਿੰਘ ਬੜੀ ਦੇਰ ਉਡੀਕ ਕਰਦਾ ਰਿਹਾ, ਪਰ ਉਹਨੂੰ ਭਾਈ ਲਛਮਣ ਸਿੰਘ ਦਾ ਜਥਾ ਮਿਲਿਆ ਨਹੀਂ। ਆਖਰਕਾਰ ਇਹਨੇ ਚਿੱਠੀ ਭਾਈ ਵਰਿਆਮ ਸਿੰਘ ਨੂੰ ਦੇ ਦਿੱਤੀ। ਆਖਿਆ ਤੂੰ ਆ ਚਿੱਠੀ ਲੈ ਲਾ ਤੇ ਧਿਆਨ ਰੱਖੀ, ਜਦੋਂ ਭਾਈ ਲਛਮਣ ਸਿੰਘ ਦਾ ਜਥਾ ਆਵੇਗਾ ਉਸ ਵੇਲੇ ਉਹਨੂੰ ਆ ਚਿੱਠੀ ਵਿਖਾ ਕੇ ਰੋਕ ਦਈ। ਆਖੀ ਨਨਕਾਣਾ ਸਾਹਿਬ ਨਾ ਜਾਇਓ, ਕਿਤੇ ਨੁਕਸਾਨ ਨਾ ਹੋ ਜਾਏ। ਤੇ ਸਾਧ ਸੰਗਤ ਉਸ ਵਕਤ ਰਾਤ ਦਾ ਸਮਾਂ ਸੀ। ਭਾਈ ਦਲੀਪ ਸਿੰਘ ਜੀ ਨਨਕਾਣਾ ਸਾਹਿਬ ਦੇ ਨੇੜੇ ਹੀ ਸਰਦਾਰ ਉੱਤਮ ਸਿੰਘ ਜੀ ਉਹਨਾਂ ਦੇ ਕਾਰਖਾਨੇ ਵਿੱਚ ਚਲੇ ਗਏ, ਉੱਥੇ ਜਾ ਕੇ ਸੌਂ ਜਾਂਦੇ ਨੇ। ਤੇ ਭਾਈ ਵਰਿਆਮ ਸਿੰਘ ਜੀ ਚਿੱਠੀ ਲੈ ਕੇ ਚੰਦਰਕੋਟ ਦੀ ਝਾਲ ਦੇ ਨੇੜੇ ਉਡੀਕਦੇ ਰਹੇ ਕਿ ਮੈਂ ਜਥੇ ਨੂੰ ਰੋਕਾਂਗਾ, ਪਰ ਜਥੇ ਨੇ ਚੰਦਰਕੋਟ ਝਾਲ ਦੀ ਕੋਲ ਜਾਣ ਦੀ ਬਜਾਏ ਥੋੜਾ ਜਿਹਾ ਪਾਸਿਓਂ ਹੁੰਦਾ ਹੋਇਆ ਜਥਾ ਨਨਕਾਣਾ ਸਾਹਿਬ ਵੱਲ ਤੁਰ ਪਿਆ। ਕਹਿੰਦੇ ਜਦੋਂ ਵਰਿਆਮ ਸਿੰਘ ਰਸਤੇ ਵਿੱਚ ਮਿਲਿਆ, ਉਹਨੇ ਜਥੇ ਨੂੰ ਰੋਕਿਆ। ਆਖਿਆ ਆ ਚਿੱਠੀ ਹੈ ਸ਼੍ਰੋਮਣੀ ਕਮੇਟੀ ਦੀ, ਤੇ ਮੇਰੀ ਬੇਨਤੀ ਹੈ ਕੋਈ ਜਥਾ ਲੈ ਕੇ ਅੱਗੇ ਨਾ ਜਾਇਓ। ਸ਼੍ਰੋਮਣੀ ਕਮੇਟੀ ਨੇ ਚਿੱਠੀ ਜਾਰੀ ਕੀਤੀ ਹੈ ਕਿ ਕਿਤੇ ਨੁਕਸਾਨ ਨਾ ਹੋ ਜਾਏ ਸਿੱਖਾਂ ਦਾ, ਇਸ ਕਰਕੇ ਕੋਈ ਵੀ ਜਥਾ ਲੈ ਕੇ ਨਾ ਜਾਏ। ਜਦੋਂ ਇਹ ਗੱਲ ਸੁਣੀ ਨਾ ਤੇ ਸਾਧ ਸੰਗਤ ਉਸ ਵੇਲੇ ਸਿੰਘ ਰੁਕ ਗਏ। ਜਦੋਂ ਸਿੰਘ ਰੁਕੇ ਤੇ ਫਿਰ ਇੱਕ ਵਿਚਾਰ ਜਥੇ ਨੇ ਕੀਤਾ ਕਿ ਆਪਾਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ ਆ, ਮਹਾਰਾਜ ਅਸੀਂ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣਾ ਹੈ, ਚਾਹੇ ਕੁਝ ਵੀ ਹੋ ਜਾਏ। ਅਸੀਂ ਹੁਣ ਪੈਰ ਪਿਛਾਂ ਨਹੀਂ ਪਾਵਾਂਗੇ, ਅਸੀਂ ਅੱਗੇ ਜਾਣਾ ਹੈ। ਅਗਾਂਹ ਕੁਤਰਾ ਪਿੱਛਾ ਫੇਰਨਾ ਮੋਢੜਾ। ਕਹਿੰਦੇ ਅਸੀਂ ਹੁਣ ਪਿੱਛੇ ਨਹੀਂ ਮੁੜਨਾ, ਜੋ ਅੰਜਾਮ ਹੋਏਗੀ ਵੇਖੀ ਜਾਏਗੀ, ਅਸੀਂ ਨਨਕਾਣਾ ਸਾਹਿਬ ਜਾਣਾ ਹੀ ਹੈ। ਕਹਿੰਦੇ ਵਰਿਆਮ ਸਿੰਘ ਦੇ ਰੋਕਣ ਦੇ ਬਾਵਜੂਦ ਵੀ ਭਾਈ ਲਛਮਣ ਸਿੰਘ ਦਾ ਜਥਾ ਨਾ ਰੁਕਿਆ। ਕਹਿੰਦੇ ਭਾਈ ਲਛਮਣ ਸਿੰਘ, ਭਾਈ ਟਹਿਲ ਸਿੰਘ, ਭਾਈ ਕੇਰ ਸਿੰਘ ਤੇ ਕੇਰ ਸਿੰਘ ਦਾ ਪੁੱਤਰ 8 ਸਾਲ ਦਾ ਜਿਸ ਦਾ ਨਾਮ ਦਰਬਾਰਾ ਸਿੰਘ ਸੀ, ਇਹ ਜਥੇ ਵਿੱਚ ਸ਼ਾਮਲ ਨੇ। ਬੀਬੀਆਂ ਨੂੰ, ਕੁਝ ਬੀਬੀਆਂ ਨੂੰ ਰੋਕ ਦਿੱਤਾ ਗਿਆ ਪਿੱਛੇ ਹੀ। ਆਖਿਆ ਵੀ ਤੁਸੀਂ ਨਾਲ ਨਾ ਜਾਓ, ਪਤਾ ਨਹੀਂ ਕਿਸ ਤਰ੍ਹਾਂ ਦੇ ਹਾਲਾਤ ਬਣਨੇ ਨੇ। ਤੇ ਭਾਈ ਟਹਿਲ ਸਿੰਘ ਆਪਣੀ ਜੇਬ ਦੇ ਵਿੱਚੋਂ 18 ਰੁਪਏ ਕੱਢ ਕੇ ਭਾਈ ਲਛਮਣ ਸਿੰਘ ਧਾਰੋਵਾਲ ਉਹਨਾਂ ਦੀ ਘਰਵਾਲੀ ਬੀਬੀ ਇੰਦਰ ਕੌਰ ਦੇ ਹੱਥ ਤੇ ਧਰ ਦਿੰਦੇ ਨੇ। ਕਹਿਣ ਲੱਗੇ ਭੈਣੇ ਅਸੀਂ ਜਾ ਰਹੇ ਹਾਂ, ਪਤਾ ਨਹੀਂ ਅੱਗੇ ਜਾ ਕੇ ਕੀ ਬਣਨਾ ਹੈ। ਜੇ ਅਸੀਂ ਨਨਕਾਣਾ ਸਾਹਿਬ ਦਾ ਸਾਕਾ ਵਾਹਿਗੁਰੂ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾ ਲਿਆ, ਪ੍ਰਬੰਧ ਸਾਂਭ ਲਿਆ, ਤੇ ਇਸ ਮਾਇਆ ਦਾ ਕੜਾ ਪ੍ਰਸ਼ਾਦ ਵਰਤਾਵਾਂਗੇ ਸ਼ੁਕਰਾਨੇ ਦੇ ਲਈ। ਤੇ ਜੇ ਸ਼ਹੀਦ ਹੋ ਗਏ ਤੇ ਕਹਿਣ ਲੱਗੇ ਫਿਰ ਸਾਰੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਅਖੰਡ ਪਾਠ ਕਰਵਾ ਦੇਵੀ। ਕਹਿੰਦੇ ਸਿੰਘਾਂ ਨੇ ਫਿਰ ਇੱਥੋਂ ਅੱਗੇ ਚਾਲੇ ਪਾ ਦਿੱਤੇ। ਨਨਕਾਣਾ ਸਾਹਿਬ ਜੋ ਰੂਟੀਨ ਦੇ ਮੁਤਾਬਕ ਮਹੰਤ ਨੇ ਵੱਡਾ ਦਰਵਾਜ਼ਾ ਖੋਲ੍ਹਿਆ ਹੋਇਆ ਸੀ, ਕਿਉਂਕਿ ਸੰਗਤ ਅੰਮ੍ਰਿਤ ਵੇਲੇ ਆਉਂਦੀ ਸੀ। ਤੇ ਜਿੰਨੇ ਵੀ ਆਪਣੇ ਬਦਮਾਸ਼ ਸਨ, ਗੁੰਡੇ ਸਨ, ਉਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਛੱਤ ਦੇ ਉੱਪਰ ਬਿਠਾਇਆ ਹੋਇਆ ਸੀ। ਉਹਨਾਂ ਕੋਲ ਬੰਦੂਕਾਂ ਸਨ। ਛੱਤ ਦੇ ਉੱਪਰ ਬਹੁਤ ਸਾਰੇ ਇੱਟਾਂ ਤੇ ਪੱਥਰ ਜਮ੍ਹਾਂ ਕਰਕੇ ਰੱਖੇ ਹੋਏ ਸਨ, ਗੰਡਾਸੇ ਰੱਖੇ ਹੋਏ ਸਨ, ਮਿੱਟੀ ਦੇ ਤੇਲ ਦੇ ਪੀਪੇ ਭਰ ਭਰ ਕੇ ਉਹਨਾਂ ਨੇ ਰੱਖੇ ਹੋਏ ਸਨ ਕਿ ਜਦੋਂ ਸਿੰਘ ਆਉਣਗੇ, ਆਏ ਹੋਏ ਸਿੰਘਾਂ ਦੇ ਉੱਪਰ ਹਮਲਾ ਕੀਤਾ ਜਾਵੇਗਾ। ਕਹਿੰਦੇ ਸਾਰੇ ਸਿੰਘ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਨਨਕਾਣਾ ਸਾਹਿਬ ਪਹੁੰਚ ਗਏ। 5:44-45 ਮਿੰਟ ਦਾ ਸਮਾਂ ਸੀ ਅੰਮ੍ਰਿਤ ਵੇਲੇ ਦਾ। ਜਦੋਂ ਸਿੰਘ ਅੰਦਰ ਗਏ, ਅੰਦਰ ਜਾ ਕੇ ਮੱਥਾ ਟੇਕਿਆ ਤੇ ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਚੌਰ ਦੀ ਸੇਵਾ ਕਰਨ ਲੱਗ ਪਏ। ਕੁਝ ਸਿੰਘਾਂ ਨੇ ਬੈਠ ਕੇ ਕੀਰਤਨ ਸ਼ੁਰੂ ਕਰ ਦਿੱਤਾ। ਭਾਈ ਟਹਿਲ ਸਿੰਘ ਜੀ ਪਹਿਰੇ ਤੇ ਖੜੇ ਹੋ ਗਏ ਗੁਰਦੁਆਰਾ ਸਾਹਿਬ ਦੇ ਬਾਹਰ-ਬਾਹਰ ਗੇਟ ਦੇ ਕੋਲ। ਕਹਿੰਦੇ ਜਿਉਂ ਹੀ ਸਾਰੀ ਸੰਗਤ ਮੱਥਾ ਟੇਕ ਕੇ ਬੈਠੀ
ਤੇ ਮਹੰਤ ਦੇ ਗੁੰਡਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਪਹਿਲੀ ਗੋਲੀ ਸਰਦਾਰ ਟਹਿਲ ਸਿੰਘ ਨੂੰ ਵੱਜੀ, ਉਹ ਸ਼ਹੀਦ ਹੋ ਜਾਂਦੇ ਨੇ। ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਆਈ ਤੇ ਜੋ ਨਨਕਾਣਾ ਸਾਹਿਬ, ਜਿਸ ਨੂੰ ਚੌਖੰਡੀ ਕਿਹਾ ਜਾਂਦਾ, ਜੋ ਗੁਰਦੁਆਰਾ ਸਾਹਿਬ ਮੇਨ ਦਰਬਾਰ ਹੈ, ਸਿੰਘਾਂ ਨੇ ਦਰਵਾਜ਼ੇ ਉਹਦੇ ਬੰਦ ਕਰਨੇ ਸ਼ੁਰੂ ਕਰ ਦਿੱਤੇ। ਕਹਿੰਦੇ ਮਹੰਤ ਦੇ ਗੁੰਡੇ ਗੁਰਦੁਆਰਾ ਸਾਹਿਬ ਦੀਆਂ ਛੱਤਾਂ ਤੋਂ ਥੱਲੇ ਆ ਗਏ। ਉਹਨਾਂ ਨੇ ਦਰਵਾਜ਼ੇ ਤੋੜਨੇ ਸ਼ੁਰੂ ਕਰ ਦਿੱਤੇ ਅਤੇ ਬੈਠੇ ਹੋਏ ਸਿੰਘਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਹੋਏ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਗੋਲੀ ਨਾ ਲੱਗ ਜਾਏ, ਇਉਂ ਸਰੂਪ ਨੂੰ ਜੱਫਾ ਪਾ ਲਿਆ। ਕਹਿੰਦੇ ਭਾਈ ਲਛਮਣ ਸਿੰਘ ਧਾਰੋਵਾਲ, ਉਹਨਾਂ ਦੇ ਸਰੀਰ ਵਿੱਚ ਗੋਲੀਆਂ ਵੱਜੀਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਗੋਲੀਆਂ ਵੱਜੀਆਂ। ਕਹਿੰਦੇ ਭਾਈ ਲਛਮਣ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੋਲੀਆਂ ਲੱਗਣ ਕਰਕੇ ਖੂਨ ਵਹਿ ਤੁਰਿਆ, ਬੇਹੋਸ਼ ਹੋ ਗਏ। ਇੱਧਰ ਜਿੰਨੇ ਵੀ ਸਿੰਘ ਗੁਰਦੁਆਰਾ ਸਾਹਿਬ ਦੇ ਅੰਦਰ ਬੈਠੇ ਹੋਏ ਸਨ, ਸਾਰਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਤੇ ਇਹਨਾਂ ਸ਼ਹੀਦ ਸਿੰਘਾਂ ਦੇ ਵਿੱਚ ਸਰਦਾਰ ਕੇਰ ਸਿੰਘ ਜਰਗ ਪਿੰਡ ਤੋਂ ਆਏ ਹੋਏ ਸਨ। ਇਹਨਾਂ ਦਾ 8 ਸਾਲ ਦਾ ਪੁੱਤਰ ਦਰਬਾਰਾ ਸਿੰਘ ਨਾਲ ਆਇਆ ਹੋਇਆ ਹੈ। ਸਰਦਾਰ ਕੇਰ ਸਿੰਘ ਆਰਮੀ ਦੇ ਵਿੱਚ ਸਨ ਤੇ ਬੜੀ ਦੇਰ ਬਾਅਦ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ। ਜਦੋਂ ਪੁੱਤਰ ਦਾ ਜਨਮ ਹੋਇਆ ਤੇ 21 ਦਿਨਾਂ ਬਾਅਦ ਸਰਦਾਰ ਕੇਰ ਸਿੰਘ ਦੀ ਘਰਵਾਲੀ ਚੜ੍ਹਾਈ ਕਰ ਗਈ। ਛੋਟਾ ਬੱਚਾ, ਦਾਦੀ ਨੇ ਬੜੀ ਮੁਸ਼ੱਕਤ ਨਾਲ ਉਹਨੂੰ ਸਾਂਭਿਆ, ਪਾਲਣਾ ਪੋਸ਼ਣਾ ਕੀਤੀ ਅਤੇ ਦਾਦੀ ਨੇ ਆਪਣੀ ਗੋਦ ਵਿੱਚ ਬਿਠਾ ਕੇ ਸ਼ਹੀਦ ਸਿੰਘਾਂ ਦੀਆਂ ਗਾਥਾਵਾਂ ਸੁਣਾਇਆ ਕਰਨੀਆਂ ਤੇ ਆਖਣਾ ਜਿਹੜੇ ਸ਼ਹੀਦ ਹੁੰਦੇ ਨੇ ਨਾ, ਉਹ ਅਮਰ ਹੋ ਜਾਂਦੇ ਨੇ। ਸ਼ਹੀਦ ਕਦੇ ਵੀ ਮਰਦੇ ਨਹੀਂ, ਕਦੇ ਖਤਮ ਨਹੀਂ ਹੁੰਦੇ। ਤੇ ਦਰਬਾਰਾ ਸਿੰਘ ਦੇ ਮਨ ਦੇ ਵਿੱਚ ਸ਼ਹੀਦ ਸਿੰਘਾਂ ਦੀਆਂ ਗਾਥਾਵਾਂ ਸੁਣ ਸੁਣ ਕੇ ਚਾਅ ਪੈਦਾ ਹੋ ਗਿਆ ਵੀ ਮੈਂ ਵੀ ਵੱਡਾ ਹੋ ਕੇ ਸ਼ਹੀਦ ਹੋਊਂਗਾ। ਤੇ ਜਦੋਂ ਸਿੰਘ ਜਥਾ ਲੈ ਕੇ ਤੁਰੇ ਤੇ ਦਰਬਾਰਾ ਸਿੰਘ ਨੇ ਜਿੱਦ ਕੀਤੀ ਵੀ ਮੈਂ ਵੀ ਤੁਹਾਡੇ ਨਾਲ ਜਾਣਾ, ਮੈਂ ਵੀ ਸ਼ਹੀਦ ਹੋਣਾ ਹੈ। ਸਰਦਾਰ ਕੇਰ ਸਿੰਘ ਨੇ ਆਖਿਆ, ਪੁੱਤਰ ਬੜਾ ਲੰਬਾ ਪੈਂਡਾ ਤੁਰ ਕੇ ਜਾਣਾ ਹੈ, ਫਿਰ ਕਿਤੇ ਸਮਾਂ ਬਣਿਆ ਤੇ ਇਹਨੂੰ ਨਾਲ ਲੈ ਕੇ ਚਲੇ ਜਾਵਾਂਗੇ, ਕਿਉਂਕਿ ਜਾਣਦੇ ਸਨ ਵੀ ਅੱਗੇ ਜਾ ਕੇ ਹਾਲਾਤ ਪਤਾ ਨਹੀਂ ਕੀ ਬਣਨੇ ਨੇ। ਕਹਿੰਦੇ ਜਦੋਂ ਸਰਦਾਰ ਕੇਰ ਸਿੰਘ ਘਰੋਂ ਤੁਰਨ ਲੱਗੇ ਤੇ ਦਰਬਾਰਾ ਸਿੰਘ ਗੱਲ ਨੂੰ ਚਿੰਬੜ ਗਿਆ, ਜੱਫੀ ਪਾ ਲਈ, ਆਖਿਆ ਬਾਪੂ ਜੇ ਤੂੰ ਸ਼ਹੀਦ ਹੋਣ ਵਾਸਤੇ ਜਾ ਰਿਹਾ ਤੇ ਮੈਂ ਵੀ ਜਾਵਾਂਗਾ ਤੇਰੇ ਨਾਲ, ਮੈਂ ਵੀ ਸ਼ਹੀਦ ਹੋਵਾਂਗਾ। ਕਹਿੰਦੇ ਜਦੋਂ ਨਨਕਾਣਾ ਸਾਹਿਬ ਮਹੰਤ ਦੇ ਗੁੰਡਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅੰਨ੍ਹੇਵਾਹ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਬੈਠੇ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਚੱਲ ਰਹੀਆਂ ਗੋਲੀਆਂ ਵਿੱਚ, ਇਸ ਕਤਲੋ ਗਾਰਤ ਦੇ ਵਿੱਚ ਸਰਦਾਰ ਕੇਰ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਸਰਦਾਰ ਦਰਬਾਰਾ ਸਿੰਘ ਨੂੰ ਕਿਸੇ ਨੇ ਫੜ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਬਣੀ ਹੋਈ ਜਿਹੜੀ ਅਲਮਾਰੀ ਸੀ ਉਹਦੇ ਵਿੱਚ ਬਿਠਾ ਕੇ ਬਾਹਰੋਂ ਕੁੰਡਾ ਲਾ ਦਿੱਤਾ। ਸਰਦਾਰ ਦਰਬਾਰਾ ਸਿੰਘ 8 ਸਾਲ ਦੀ ਉਮਰ ਬੱਚੇ ਦੀ, ਇਹ ਅਲਮਾਰੀ ਦੇ ਵਿੱਚ ਬੈਠਾ ਹੀ ਕਹੀ ਜਾਂਦਾ ਹੈ ਕਿ ਮੈਂ ਵੀ ਸ਼ਹੀਦ ਹੋਣਾ ਹੈ, ਮੈਂ ਵੀ ਸ਼ਹੀਦ ਹੋਣਾ ਹੈ। ਕਹਿੰਦੇ ਮਹੰਤ ਦੇ ਗੁੰਡਿਆਂ ਨੇ ਇਕੱਲੇ ਇਕੱਲੇ ਸਿੰਘ ਨੂੰ ਪਹਿਲਾਂ ਗੋਲੀਆਂ ਮਾਰੀਆਂ ਗਈਆਂ, ਫਿਰ ਗੰਡਾਸਿਆਂ ਦੇ ਨਾਲ ਸਰੀਰਾਂ ਦੇ ਟੋਟੇ ਕੀਤੇ ਗਏ, ਮਿੱਟੀ ਦਾ ਤੇਲ ਪਾ ਪਾ ਕੇ ਸਾੜਿਆ ਜਾ ਰਿਹਾ। ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਆਈ ਤੇ ਭਾਈ ਦਲੀਪ ਸਿੰਘ, ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਲਛਮਣ ਸਿੰਘ ਦੇ ਜਥੇ ਨੂੰ ਨਨਕਾਣਾ ਸਾਹਿਬ ਨਹੀਂ ਜਾਣ ਦਿਆਂਗਾ, ਜਿਹੜੇ ਉੱਤਮ ਸਿੰਘ ਦੇ ਕਾਰਖਾਨੇ ਵਿੱਚ ਸੁੱਤੇ ਹੋਏ ਸਨ, ਗੋਲੀਆਂ ਚੱਲਣ ਦੀ ਆਵਾਜ਼ ਆਈ ਤੇ ਉੱਠ ਕੇ ਭੱਜ ਪਏ। ਨੰਗੇ ਪੈਰੀਂ, ਜੋੜਾ ਵੀ ਪੈਰਾਂ ਵਿੱਚ ਨਹੀਂ ਪਾਇਆ, ਭੱਜ ਕੇ ਨਨਕਾਣਾ ਸਾਹਿਬ ਆ ਜਾਂਦੇ ਨੇ। ਤੇ ਕੀ ਵੇਖਿਆ, ਨਰੈਣੂ ਮਹੰਤ ਘੋੜੇ ਤੇ ਸਵਾਰ ਹੈ, ਮੂੰਹ ਬੰਨਿਆ ਹੋਇਆ, ਹੱਥ ਵਿੱਚ ਪਿਸਤੌਲ ਹੈ। ਤੇ ਨਰੈਣੂ ਮਹੰਤ ਅਤੇ ਭਾਈ ਦਲੀਪ ਸਿੰਘ ਜੀ ਇੱਕ ਕਲਾਸ ਫੈਲੋ ਸਨ, ਇਕੱਠੇ ਪੜ੍ਹਦੇ ਰਹੇ ਸਨ। ਤੇ ਸਰਦਾਰ ਦਲੀਪ ਸਿੰਘ ਨੇ ਹੱਥ ਜੋੜੇ, ਆਖਿਆ ਨਰੈਣੂ ਮਹੰਤ ਨੂੰ, ਬਸ ਕਰ ਹੁਣ, ਬਹੁਤ ਤੂੰ ਜ਼ੁਲਮ ਕਰ ਲਿਆ ਏ, ਰੱਬ ਦਾ ਵਾਸਤਾ ਹੀ ਬਸ ਕਰ।
ਅਜੇ ਵੀ ਮੈਂ ਤੈਨੂੰ ਪੰਥ ਦੇ ਕੋਲੋਂ ਬਖਸ਼ਵਾ ਦਿਆਂਗਾ ਤੇਰੀਆਂ ਭੁੱਲਾਂ, ਹੋਰ ਕਹਿਰ ਨਾ ਢਾ। ਤੇ ਜਦੋਂ ਇੰਨੀ ਗੱਲ ਸੁਣੀ, ਨਰੈਣੂ ਮਹੰਤ ਨੇ ਵੇਖਿਆ ਕਿ ਇਹ ਤੇ ਭਾਈ ਦਲੀਪ ਸਿੰਘ ਨੇ, ਤੇ ਕਹਿਣ ਲੱਗਾ, ਦਲੀਪਿਆ ਤੂੰ ਵੀ ਇਹਨਾਂ ਸਿੱਖਾਂ ਅਕਾਲੀਆਂ ਦੇ ਨਾਲ ਰਲ ਗਿਆ ਹੈ। 4 ਗੋਲੀਆਂ ਮਾਰ ਕੇ ਪਿਸਤੌਲ ਦੇ ਨਾਲ ਭਾਈ ਦਲੀਪ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਸਾਰੇ ਸਿੰਘ ਲਗਭਗ ਸ਼ਹੀਦ ਕਰ ਦਿੱਤੇ ਗਏ ਨੇ। ਭਾਈ ਲਛਮਣ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚੋਂ ਧੂ ਕੇ ਬਾਹਰ ਲੈ ਗਏ, ਤੇ ਬਾਹਰ ਇੱਕ ਜੰਡ ਸੀ, ਉਸ ਜੰਡ ਦੇ ਨਾਲ ਪੁੱਠਾ ਲਮਕਾ ਕੇ ਮਿੱਟੀ ਦਾ ਤੇਲ ਪਾ ਕੇ ਭਾਈ ਲਛਮਣ ਸਿੰਘ ਨੂੰ ਅੱਗ ਲਗਾ ਦਿੱਤੀ ਗਈ। ਸਰੀਰ ਸੜ ਗਿਆ, ਭੁੱਜ ਗਿਆ। ਹੁਣ ਮਹੰਤ ਦੇ ਜਿਹੜੇ ਗੁੰਡੇ ਨੇ ਉਹ ਅੰਦਰ ਆ ਗਏ। ਗੁਰਦੁਆਰਾ ਸਾਹਿਬ ਜੋ ਅੰਦਰ ਦਰਬਾਰ ਸੀ ਪੂਰਾ ਖੂਨ ਨਾਲ ਭਰਿਆ ਹੋਇਆ ਹੈ। ਜਿੰਨੀਆਂ ਵੀ ਲਾਸ਼ਾਂ ਸਾਨੂੰ ਬਾਹਰ ਕੱਢ ਕੱਢ ਕੇ ਲਈ ਜਾਂਦੇ ਨੇ, ਉਹਨਾਂ ਨੂੰ ਇਕੱਠੀਆਂ ਕਰ ਕਰਕੇ ਮਿੱਟੀ ਦਾ ਤੇਲ ਪਾ ਕੇ ਸਾੜ ਰਹੇ ਨੇ, ਤਾਂ ਕਿ ਕਿੰਨੇ ਸਿੰਘ ਆਏ ਸਨ, ਕਿੰਨੇ ਸ਼ਹੀਦ ਹੋਏ ਸਨ, ਇਹ ਸਾਰੇ ਨਾਮੋ ਨਿਸ਼ਾਨ ਖਤਮ ਕੀਤੇ ਜਾਣ। ਨਨਕਾਣਾ ਸਾਹਿਬ ਗੁਰਦੁਆਰੇ ਸਾਹਿਬ ਦੇ ਕੋਲ ਇੱਕ ਮਿਆਰਾਂ ਦੀਆਂ ਭੱਠੀਆਂ ਸਨ। ਕੁਝ ਸਿੰਘਾਂ ਨੂੰ ਉਹਨਾਂ ਭੱਠੀਆਂ ਵਿੱਚ ਸੁੱਟ ਦਿੱਤਾ ਗਿਆ, ਬਲਦੀਆਂ ਵਿੱਚ, ਤਾਂ ਕਿ ਇੱਥੇ ਸੜ ਕੇ ਖਤਮ ਹੋ ਜਾਣ, ਪਤਾ ਨਾ ਲੱਗੇ ਕਿੰਨੇ ਕੁ ਸਿੰਘ ਸ਼ਹੀਦ ਹੋਏ ਨੇ। ਕਹਿੰਦੇ ਜਦੋਂ ਮਹੰਤ ਦੇ ਗੁੰਡੇ ਨਨਕਾਣਾ ਸਾਹਿਬ ਦੇ ਅੰਦਰੋਂ ਸ਼ਹੀਦ ਹੋਏ ਸਿੰਘਾਂ ਨੂੰ ਬਾਹਰ ਕੱਢ ਰਹੇ ਸਨ, ਖੂਨ ਦੇ ਧੱਬੇ ਸਾਫ਼ ਕਰ ਰਹੇ ਸਨ, ਤੇ ਇੱਕ ਆਵਾਜ਼ ਆਈ, ਬਾਪੂ ਮੈਂ ਵੀ ਸ਼ਹੀਦ ਹੋਣਾ ਸੀ, ਤੂੰ ਆਪ ਤੇ ਸ਼ਹੀਦ ਹੋ ਗਿਆ ਹੈ, ਮੈਂ ਵੀ ਸ਼ਹੀਦ ਹੋਣਾ ਹੈ। ਕਹਿੰਦੇ ਗੁੰਡੇ ਸਾਰੇ ਮਹੰਤ ਦੇ ਪੁਜਾਰੀ ਡਰ ਗਏ ਵੀ ਆਵਾਜ਼ ਕਿਸ ਦੀ ਹੈ। ਜਦੋਂ ਧਿਆਨ ਨਾਲ ਵੇਖਿਆ ਤੇ ਇੱਕ ਅਲਮਾਰੀ ਦੇ ਵਿੱਚ 8 ਸਾਲ ਦਾ ਬੱਚਾ ਸਰਦਾਰ ਦਰਬਾਰਾ ਸਿੰਘ, ਕਹਿੰਦੇ ਅਲਮਾਰੀ ਖੋਲ ਕੇ ਇਸ ਬੱਚੇ ਨੂੰ ਬਾਹਰ ਕੱਢ ਲਿਆ। ਕਹਿੰਦੇ ਬੱਚੇ ਨੂੰ ਜਦੋਂ ਅਲਮਾਰੀ ਵਿੱਚੋਂ ਬਾਹਰ ਕੱਢਿਆ, ਇਹ ਭੱਜ ਕੇ ਗਿਆ, ਆਪਣੇ ਬਾਪੂ ਦੀ ਅੱਧ ਸੜੀ ਲਾਸ਼ ਦੇ ਨਾਲ ਜਾ ਕੇ ਚਿੰਬੜ ਗਿਆ। ਆਖਿਆ, ਬਾਪੂ ਮੈਂ ਵੀ ਸ਼ਹੀਦ ਹੋਣਾ, ਮੈਂ ਵੀ ਸ਼ਹੀਦ ਹੋਣ ਵਾਸਤੇ ਆਇਆ ਸੀ। ਕਹਿੰਦੇ ਮਹੰਤ ਦੇ ਗੁੰਡਿਆਂ ਨੇ ਇਹਦੇ ਤੇ ਵੀ ਗੰਡਾਸਿਆਂ ਦੇ ਵਾਰ ਕੀਤੇ, ਇਸ ਬੱਚੇ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਜਿਹੜੇ ਸਿੰਘਾਂ ਦੇ ਸਰੀਰ ਸਨ ਮਿੱਟੀ ਦਾ ਤੇਲ ਪਾ ਕੇ ਜਿਨ੍ਹਾਂ ਨੂੰ ਸਾੜਿਆ ਜਾ ਰਿਹਾ ਸੀ, ਉਸ ਬਲਦੇ ਹੋਏ ਭਾਂਬੜ ਦੇ ਵਿੱਚ ਇਹਨੂੰ ਵੀ ਸੁੱਟ ਦਿੱਤਾ ਗਿਆ। ਤੇ ਦਰਬਾਰਾ ਸਿੰਘ ਨੂੰ ਸਿੱਖ ਇਤਿਹਾਸ ਦੇ ਅੰਦਰ ਭਰੋਸੇ ਦਾ ਭਾਂਬੜ ਕਿਹਾ ਜਾਂਦਾ। ਭਰੋਸੇ ਦਾ ਭਾਂਬੜ ਦਰਬਾਰਾ ਸਿੰਘ, ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਸ਼ਹਾਦਤ ਦੇ ਜਾਮ ਪੀਤੇ, ਕੇਵਲ 8 ਸਾਲ ਦੀ ਉਮਰ ਹੈ। ਕਹਿੰਦੇ ਹੁਣ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਧਰ ਸਰਦਾਰ ਉੱਤਮ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਨੂੰ ਉਸੇ ਵੇਲੇ ਤਾਰਾਂ ਪਾਈਆਂ ਕਿ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਵੱਡਾ ਖੂਨੀ ਸਾਕਾ ਵਾਪਰ ਗਿਆ ਹੈ, ਨਰੈਣੂ ਮਹੰਤ ਨੇ ਬਹੁਤ ਕਹਿਰ ਕਰ ਦਿੱਤਾ ਹੈ, ਜਿੰਨੇ ਵੀ ਸਿੰਘ ਆਏ ਸਨ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕਹਿੰਦੇ ਉਸੇ ਵੇਲੇ ਇਹ ਗੱਲ ਜਿਹੜੀ ਸੀ ਫੈਲ ਗਈ, ਸਿੰਘ ਸਾਰੇ ਇਕੱਠੇ ਹੋਣ ਲੱਗ ਪਏ। ਕਹਿੰਦੇ ਉਸੇ ਵੇਲੇ ਹੀ ਅੰਗਰੇਜ਼ ਪੁਲਿਸ ਆ ਕੇ ਨਨਕਾਣਾ ਸਾਹਿਬ ਨੂੰ ਘੇਰਾ ਪਾ ਲੈਂਦੀ ਹੈ। ਘੇਰਾ ਪਾ ਕੇ ਜੰਦਰਾ ਲਾ ਦਿੱਤਾ ਗਿਆ। ਆਖਿਆ ਕਿ ਅੱਗੇ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਤੇ ਸਰਦਾਰ ਕਰਤਾਰ ਸਿੰਘ ਝੱਬਰ ਸਿੰਘਾਂ ਦਾ ਜਥਾ ਲੈ ਕੇ ਆਏ। ਜਦੋਂ ਆਏ ਤਾਂ ਅੱਗੇ ਖਲੋਤੇ ਹੋਏ ਅਧਿਕਾਰੀ ਨੇ ਜੋ ਮਿਸਟਰ ਕਿੰਗ ਸੀ, ਕਹਿਣ ਲੱਗੇ, ਝੱਬਰ ਸਾਹਿਬ ਅੱਗੇ ਨਾ ਜਾਓ, ਅੱਗੇ ਜਾਣ ਵਾਸਤੇ ਕਿਸੇ ਨੂੰ ਆਗਿਆ ਨਹੀਂ, ਮਨਾ ਕੀਤਾ ਹੋਇਆ ਏ। ਅੱਗੇ ਬਹੁਤ ਭਾਰੀ ਮਸ਼ੀਨ ਗੰਨਾਂ ਫਿੱਟ ਕੀਤੀਆਂ ਨੇ, ਜਿਹੜਾ ਅੱਗੇ ਜਾਏਗਾ ਉਹਦਾ ਨੁਕਸਾਨ ਹੋ ਜਾਏਗਾ। ਤੇ ਸਰਦਾਰ ਕਰਤਾਰ ਸਿੰਘ ਝੱਬਰ ਨੇ ਆਖਿਆ, ਹੁਣ ਸਾਡੇ ਪੱਲੇ ਰਿਹਾ ਹੀ ਕੀ ਹੈ, ਇੰਨਾ ਵੱਡਾ ਨੁਕਸਾਨ ਤੇ ਸਾਡਾ ਹੋ ਚੁੱਕਾ ਹੈ, ਹੋਰ ਹੋ ਜਾਏਗਾ, ਕੋਈ ਫਰਕ ਨਹੀਂ ਪੈਂਦਾ, ਪਰ ਅੱਜ ਅਸੀਂ ਜਾਵਾਂਗੇ ਅੱਗੇ ਤੇ ਨਨਕਾਣਾ ਸਾਹਿਬ ਦੇ ਪ੍ਰਬੰਧ ਨੂੰ ਵੀ ਸਾਂਭਾਂਗੇ। ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦਾ ਸਰੀਰਾਂ ਦੀ ਸੰਭਾਲ ਵੀ ਕੀਤੀ ਜਾਏਗੀ। ਕਹਿੰਦੇ ਅੰਗਰੇਜ਼ ਪੁਲਿਸ ਇਸ ਗੱਲ ਤੇ ਅੜ ਗਈ ਕਿ ਅੱਗੇ ਕਿਸੇ ਨੂੰ ਜਾਣ ਨਹੀਂ ਦੇਣਾ, ਪਰ ਸਿੰਘ ਇਸ ਗੱਲ ਕਰਕੇ ਡਟ ਗਏ ਕਿ ਅਸੀਂ ਅੱਜ ਅੱਗੇ ਜਾ ਕੇ ਹਿੱਸਾ ਲਵਾਂਗੇ। ਕਹਿੰਦੇ ਸਿੰਘਾਂ ਦੇ ਜੋਸ਼ ਦੇ ਅੱਗੇ
ਅੰਗਰੇਜ਼ ਪੁਲਿਸ ਨੂੰ ਹਾਰਨਾ ਪਿਆ। ਉਹਨਾਂ ਨੇ ਚਾਬੀਆਂ ਸਿੰਘਾਂ ਦੇ ਹਵਾਲੇ ਕਰ ਦਿੱਤੀਆਂ ਨਨਕਾਣਾ ਸਾਹਿਬ ਦੀਆਂ। ਨਨਕਾਣਾ ਸਾਹਿਬ ਦੀਆਂ ਜਦੋਂ ਚਾਬੀਆਂ ਮਿਲੀਆਂ ਸਿੰਘਾਂ ਨੂੰ, ਨਨਕਾਣਾ ਸਾਹਿਬ ਦਾ ਦਰਵਾਜ਼ਾ ਜਦੋਂ ਖੋਲ੍ਹਿਆ, ਜਿੰਨੀ ਵੀ ਸੰਗਤ ਅੰਦਰ ਗਈ ਸੀ, ਅੰਦਰ ਦੇ ਹਾਲਾਤ ਵੇਖ ਕੇ ਸਾਰਿਆਂ ਦੀਆਂ ਭੁੱਬਾਂ ਨਿਕਲ ਗਈਆਂ। ਥਾਂ ਥਾਂ ਤੇ ਸੜੀਆਂ ਹੋਈਆਂ ਹੱਡੀਆਂ ਖਿਲਰੀਆਂ ਨੇ, ਥਾਂ ਥਾਂ ਤੇ ਖੂਨ ਡੁੱਲਿਆ ਹੋਇਆ ਹੈ, ਕਿਤੇ ਗਾਤਰੇ ਕਿਰਪਾਨਾਂ ਪਈਆਂ ਹੋਈਆਂ ਨੇ, ਕਿਤੇ ਕੇਸ ਖਿਲਰੇ ਹੋਏ ਨੇ। ਇਹ ਖੂਨੀ ਮੰਜ਼ਰ ਵੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਕੌਮ ਦੇ ਬੜੇ ਮਹਾਨ ਰਾਗੀ ਹੀਰਾ ਸਿੰਘ ਜੀ ਦਰਦ, ਉਹ ਅੰਦਰ ਗਏ, ਮੱਥਾ ਟੇਕਿਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਵੀ ਗੋਲੀਆਂ ਲੱਗੀਆਂ ਨੇ। ਭਾਈ ਲਛਮਣ ਸਿੰਘ ਧਾਰੋਵਾਲ ਉਹ ਤਾਬਿਆ ਬੈਠੇ ਸਨ। ਜਦੋਂ ਉਹਨਾਂ ਦੇ ਗੋਲੀਆਂ ਵੱਜੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਹੀ ਅੰਗ ਉਹਨਾਂ ਦੇ ਖੂਨ ਦੇ ਨਾਲ ਭਿੱਜ ਗਏ। ਕਹਿੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲ ਹਟਾ ਕੇ ਹੁਕਮ ਲਿਆ ਗਿਆ ਨਾ, ਤਾਂ ਹੁਕਮ ਕੀ ਆਇਆ ਸੀ? ਤਪ ਤਪ ਲੋ ਲੋ ਹਾਥ ਮਰੋਰੋ, ਬਾਵਲ ਹੋਈ ਸੋ ਸ਼ੋ ਲੋਰੋਂ, ਤੈ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ਹਿ ਨਾਹੀ ਦੋਸ਼, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿਓ ਬਿਰਹਿ ਜਾਲੀ। ਇਹ ਹੁਕਮ ਆਇਆ ਮਹਾਰਾਜ ਦਾ। ਕਹਿੰਦੇ ਸਾਰੇ ਸਿੰਘਾਂ ਨੇ ਫਿਰ ਇਕੱਠੇ ਹੋ ਕੇ, ਜਿੰਨੇ ਵੀ ਸਿੰਘ ਇੱਥੇ ਸ਼ਹੀਦ ਹੋਏ ਸਨ, ਉਹਨਾਂ ਦੇ ਸਰੀਰਾਂ ਦੀ ਸੰਭਾਲ ਸ਼ੁਰੂ ਕੀਤੀ। 4 ਅੱਧ ਸੜੀਆਂ ਲਾਸ਼ਾਂ ਸਿੰਘਾਂ ਨੇ ਇਕੱਠੀਆਂ ਕੀਤੀਆਂ ਅਤੇ 117 ਖੋਪੜੀਆਂ ਨਨਕਾਣਾ ਸਾਹਿਬ ਦੇ ਅੰਦਰੋਂ ਮਿਲੀਆਂ। ਨੇੜੇ ਬਣੀਆਂ ਹੋਈਆਂ ਘੁਮਿਆਰਾਂ ਦੀਆਂ ਭੱਠੀਆਂ ਦੇ ਵਿੱਚ 7 ਖੋਪੜੀਆਂ ਮਿਲੀਆਂ। ਸਿੰਘਾਂ ਦੇ ਜਿਹੜੇ ਸਰੀਰ ਸਨ ਸ਼ਹੀਦ ਹੋਏ, ਜਿਵੇਂ ਕਸਾਈ ਮਾਸ ਟੁਕਦਾ ਇਹਨਾਂ, ਇਉਂ ਮਹੰਤ ਦੇ ਗੁੰਡਿਆਂ ਨੇ ਲੱਕੜ ਦੇ ਗੁਟਕਿਆਂ ਤੇ ਰੱਖ ਰੱਖ ਕੇ ਸਿੰਘਾਂ ਨੂੰ ਟੁਕਿਆ ਤੇ ਸਾਧ ਸੰਗਤ 3 ਟੋਕਰੇ ਵੱਡੇ ਮਾਸ ਦੇ ਭਰੇ ਗਏ। ਛੋਟੇ ਛੋਟੇ ਟੋਟੇ ਪਏ ਹੋਏ ਸਨ। ਬਹੁਤ ਸਾਰੇ ਸਿੰਘਾਂ ਨੂੰ ਮਿੱਟੀ ਦਾ ਤੇਲ ਪਾ ਪਾ ਕੇ ਸਾੜਿਆ ਗਿਆ ਤੇ ਸੜੀਆਂ ਹੋਈਆਂ ਹੱਡੀਆਂ ਦੇ 10 ਟੋਕਰੇ ਭਰ ਗਏ। ਕਹਿੰਦੇ ਬੜਾ ਵਿਰਾਗ ਬਈ ਇਹ ਸਮਾਂ ਸੀ ਜਦੋਂ ਅਗਲੇ ਦਿਨ ਸਿੰਘਾਂ ਦੀ ਇਹ ਚਿਖਾ ਤਿਆਰ ਕੀਤੀ ਗਈ। ਬਹੁਤ ਵੱਡੀ ਚਿਖਾ ਦੇ ਉੱਪਰ ਪਹਿਲਾਂ 4 ਅੱਧ ਸੜੀਆਂ ਲਾਸ਼ਾਂ ਰੱਖੀਆਂ ਗਈਆਂ, ਫਿਰ 126 ਖੋਪੜੀਆਂ ਉਹਨਾਂ ਨੂੰ ਟਿਕਾਇਆ ਗਿਆ। 3 ਟੋਕਰੇ ਵੱਡੇ ਮਾਸ ਦੇ ਜਿਹੜੇ ਸਨ ਛੋਟੇ ਛੋਟੇ ਟੋਟੇ ਉਹ ਉੱਪਰ ਚਿਣੇ ਗਏ। 10 ਦੇ ਕਰੀਬ ਟੋਕਰੇ ਹੱਡੀਆਂ ਦੇ ਭਰ ਕੇ ਉਹ ਇਸ ਚਿਖਾ ਉੱਪਰ ਚਿਣੇ ਗਏ। ਜਦੋਂ ਸਾਰੀ ਚਿਖਾ ਤਿਆਰ ਹੋ ਗਈ ਨਾ, ਉਸ ਵੇਲੇ ਬਹੁਤ ਵੱਡਾ ਇਕੱਠ ਸੀ ਸੰਗਤਾਂ ਦਾ। ਤੇ ਉਸ ਵੇਲੇ ਭਾਈ ਜੋਧ ਸਿੰਘ ਜੀ ਉਹ ਕੋਲ ਖੜੇ ਸਨ। ਉਹਨਾਂ ਨੇ ਇੱਕ ਗੱਲ ਆਖੀ ਸੀ, ਕਹਿਣ ਲੱਗੇ ਅਸੀਂ ਅੱਜ ਇਹਨਾਂ ਸ਼ਹੀਦ ਹੋਏ ਸਿੰਘਾਂ ਦਾ ਅੰਤਮ ਸੰਸਕਾਰ ਕਰਨ ਲੱਗੇ ਆ, ਅਸੀਂ ਕੁਝ ਦੇਰ ਰੁਕ ਜਾਵਾਂਗੇ। ਜੇ ਕਿਸੇ ਨੂੰ ਸ਼ੱਕ ਹੋਵੇ ਤੇ ਅੱਜ ਆ ਕੇ ਵੇਖ ਸਕਦਾ ਏ। ਜਿਹੜੇ ਲੋਕ ਸਾਡੇ ਇਤਿਹਾਸ ਤੇ ਉਂਗਲ ਚੁੱਕਦੇ ਨੇ ਕਿ ਸਿੰਘ ਗੁਰਦੁਆਰਿਆਂ ਦੇ ਲਈ ਕੁਰਬਾਨੀਆਂ ਕਿਵੇਂ ਦੇ ਸਕਦੇ ਨੇ, ਕੋਈ ਬੰਦ ਕਿਵੇਂ ਕਟਵਾ ਸਕਦਾ ਹੈ, ਕੋਈ ਖੋਪਰੀਆਂ ਕਿਵੇਂ ਲਵਾ ਸਕਦਾ ਹੈ, ਕੋਈ ਆਪਣੇ ਆਪ ਨੂੰ ਆਰੇ ਨਾਲ ਕਿਵੇਂ ਚਰਵਾ ਸਕਦਾ ਹੈ, ਕੋਈ ਉਬਲਦੀਆਂ ਦੇਗਾਂ ਵਿੱਚ ਕਿਵੇਂ ਬਹਿ ਸਕਦਾ। ਕਹਿੰਦਾ ਕਈ ਲੋਕ ਸਾਡੇ ਤੇ ਸ਼ੱਕ ਕਰਦੇ ਨੇ ਵੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਜਿਹੜੇ ਲੋਕ ਸ਼ੱਕ ਕਰਦੇ ਨੇ ਨਾ, ਅੱਜ ਉਹਨਾਂ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਆਹ ਨਨਕਾਣਾ ਸਾਹਿਬ ਦੀ ਧਰਤੀ ਤੇ ਆ ਕੇ ਵੇਖੋ। ਜਿਹੜੇ ਸ਼ੱਕ ਕਰਨ ਵਾਲੇ ਨੇ ਨਾ, ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸਿੰਘ ਕਿਸ ਤਰ੍ਹਾਂ ਗੁਰੂ ਦੇ ਲਈ ਆਪਾਂ ਕੁਰਬਾਨ ਕਰ ਦਿੰਦੇ ਨੇ, ਕਿਵੇਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਹੋਇਆਂ ਆਪਣਾ ਆਪ ਕੁਰਬਾਨ ਕੀਤਾ ਗੁਰੂ ਦੇ ਲਈ ਨਾ ਸਿੰਘਾਂ ਨੇ। ਕਹਿੰਦੇ ਜਦੋਂ ਇਹ ਤਕਰੀਰ ਕੀਤੀ ਗਈ, ਉਸ ਤੋਂ ਬਾਅਦ ਇਹਨਾਂ ਸ਼ਹੀਦ ਹੋਏ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਗਿਆ।
ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਹੋਇਆ। ਇਸ ਪ੍ਰਕਾਰ ਇਹ ਸਾਰੇ ਸਿੰਘ ਜਿਹੜੇ ਸਨ ਸ਼ਹੀਦ ਹੋਏ, ਉਹਨਾਂ ਦਾ ਅੰਤਮ ਸੰਸਕਾਰ ਹੋਇਆ। ਇਸ ਤੋਂ ਬਾਅਦ ਫਿਰ ਨਨਕਾਣਾ ਸਾਹਿਬ ਦਾ ਪ੍ਰਬੰਧ ਜਿਹੜਾ ਹੈ ਉਹ ਸਿੱਖਾਂ ਨੂੰ ਮਿਲਿਆ ਸੀ। ਸੋ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕਰਕੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਿਆ ਹੈ, ਆਪਾਂ ਅੱਜ ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ। ਬਹੁਤ ਵੱਡੀਆਂ ਸ਼ਹਾਦਤਾਂ ਕੁਰਬਾਨੀਆਂ ਤੋਂ ਬਾਅਦ ਮਹੰਤਾਂ ਦੇ ਕੋਲੋਂ ਗੁਰਦੁਆਰੇ ਸਾਹਿਬ ਆਜ਼ਾਦ ਕਰਵਾਏ ਗਏ। ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਸੁਧਾਰ ਕੀਤਾ ਗਿਆ। ਤੇ ਅੱਜ ਵੀ ਆਪਾਂ ਵੇਖਦੇ ਹਾਂ, ਅੱਜ ਵੀ ਕਈ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਦੀ ਬੜੀ ਢਿੱਲ ਮੱਠ ਹੈ। ਅੱਜ ਵੀ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੰਬਲਾ ਮਾਰਨ ਦੀ। ਗੁਰਦੁਆਰਿਆਂ ਦੇ ਪ੍ਰਬੰਧ ਨੂੰ ਅਸੀਂ ਠੀਕ ਕਰੀਏ। ਗੁਰਦੁਆਰਾ ਕੇਵਲ ਕੋਈ ਪੂਜਾ ਦਾ ਅਸਥਾਨ ਨਹੀਂ ਹੈ। ਗੁਰਦੁਆਰਾ ਸਾਧ ਸੰਗਤ ਇੱਕ ਸਿੱਖੀ ਦਾ ਸਕੂਲ ਹੈ, ਇੱਕ ਜਗਿਆਸੂ ਅਧਿਆਤਮਿਕ ਜਗਿਆਸੂ ਦੇ ਲਈ ਜਗਿਆਸਾ ਦਾ ਕੇਂਦਰ ਹੈ। ਜਿਹਦੇ ਸਿਰ ਤੇ ਛੱਤ ਨਹੀਂ ਉਹਦੇ ਲਈ ਸਹਾਰਾ ਬਣਦਾ ਹੈ। ਜਿਹਨੂੰ 2 ਵਕਤ ਦੀ ਰੋਟੀ ਦਾ ਸੰਸਾ ਹੈ ਉਹ ਇੱਥੇ ਆ ਕੇ ਪੇਟ ਭਰਦਾ ਹੈ ਤੇ ਸ਼ਰਨ ਆਏ ਨੂੰ ਸ਼ਰਨ ਦਿੰਦਾ ਹੈ। ਸੋ ਗੁਰਦੁਆਰਾ ਇੱਕ ਬਹੁਤ ਵੱਡੀ ਸੰਸਥਾ ਹੈ ਸਿੱਖੀ ਦੀ। ਤੇ ਜੇ ਪ੍ਰਬੰਧ ਵਿੱਚ ਢਿੱਲ ਮੱਠ ਹੋਵੇਗੀ ਤੇ ਗੁਰਦੁਆਰੇ ਜਿਸ ਮਿਸ਼ਨ ਵਾਸਤੇ ਬਣਾਏ ਸਨ, ਜਿਸ ਕਾਰਜ ਵਾਸਤੇ ਬਣਾਏ ਸਨ, ਉਹ ਕਾਰਜ ਪੂਰਾ ਨਹੀਂ ਹੋ ਸਕਦਾ। ਉਹ ਕਾਰਜ ਪੂਰਾ ਤਾਂ ਹੀ ਹੋਵੇਗਾ ਜੇ ਪ੍ਰਬੰਧ ਯੋਗ ਹੱਥਾਂ ਵਿੱਚ ਹੋਵੇ, ਮਰਿਆਦਾ ਤੇ ਪਹਿਰਾ ਦਿੱਤਾ ਜਾਵੇ, ਗੁਰੂਦੁਆਰੇ ਦੇ ਵਿੱਚੋਂ ਗੁਰੂ ਸਿਧਾਂਤਾਂ ਦੀ ਗੱਲ ਚੱਲੇ। ਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਇਤਿਹਾਸ ਨੂੰ ਸੰਭਿਆ, ਮਰਿਆਦਾ ਤੇ ਪਹਿਰਾ ਦਿੱਤਾ, ਅੱਜ ਆਪਾਂ ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ। ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ। ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ। ਹੋਈਆਂ ਭੁੱਲਾਂ ਨਾ ਚਿਤਾਰਨੀਆਂ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।